ਗੁਰੂ ਸਾਹਿਬ ਖਾਲਸਾ ਪ੍ਰਾਪਤੀ ਬਰਬਾਦੀ ਜੋ ਅਠਵੇਂ ਪਾਤਸ਼ਾਹ ਬਾਬਾ ਗੁਰੂ ਸਾਹਿਬ ਜਿਸ ਪ੍ਰਕਾਰ ਸਭ ਪ੍ਰਕਾਰ ਇਨ੍ਹਾਂ ਦਾ ਜਨਮ ਹੋਇਆ ਨਾ ਮਾਤਾ ਨੂੰ ਕ੍ਰਿਸ਼ਨ ਸਾਹਿਬ ਪਵਿੱਤਰ ਚਰਨ ਛੋਹ ਇਤਿਹਾਸ ਪ੍ਰਸਥਾਨ ਗੁਰਦੁਆਰਾ ਬੰਗਲਾ ਸਾਹਿਬ ਦੀ ਗ੍ਰਿਫਤਾਰ ਕਰਦੇ ਹਨ ਜੋ ਪ੍ਰਕਾਰ ਸ਼ਬਦ ਚਮਰ ਤਖਤ ਆਨੰਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਮਨੁੱਖਾਂ ਦੀ ਬੰਦਨਾ ਕਰਨਾ ਨੂੰ ਸਭਾ ਕਰ ਰਹੇ ਹੋ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਮਾਂ ਪਵਿੱਤਰ ਕਰਦੇ ਦਿਖਵਾਰ ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਦੋਏ ਲੋਕਨ ਮੈਂ ਜੋ ਪਦ ਉੱਚੇ ਰਾਮਦਾਸ ਤੈ ਜਾਏ ਪਹੁੰਚੇ। ਇਤਿਹਾਸ ਨਿਮਾਣਿਆਂ ਦੀ ਮਾਂ ਵਿਤਾਰਿਆਂ ਦੀ ਮਾਂ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੈ ਪ੍ਰਸੰਗ ਹੈ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਸੇਵਾ ਦਾ ਬਹੁਤ ਛੋਟੇ ਸਨ ਜਦੋਂ ਨਾਨੀ ਮਾਂ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਸ ਗੋਇੰਦਵਾਲ ਸਾਹਿਬ ਗੁਰੂ ਕੀ ਨਗਰੀ ਵਿੱਚ ਆ ਕੇ ਵਸੇ ਨੇ। ਇੱਥੇ ਹੀ ਵੱਡੇ ਹੋਏ। ਇੱਕ ਦਿਨ ਗੁਰੂ ਕੇ ਮਹਿਲ ਮਾਤਾ ਜੀ ਦੀ ਨਜ਼ਰ ਵਿੱਚ ਪ੍ਰਵਾਨ ਚੜੇ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਰਿਸ਼ਤਾ ਗੁਰੂ ਅਮਰਦਾਸ ਮਹਾਰਾਜ ਜੀ ਦੀ ਪੁੱਤਰੀ ਨਾਲ ਹੋਇਆ, ਬੀਬੀ ਭਾਨੀ ਨਾਲ। ਇਹ ਕਾਲ ਇਹ ਸਮਾਂ ਅਜੇ ਗੁਰੂ ਵਾਲਾ ਨਹੀਂ ਹੈ, ਸਿੱਖ ਵਾਲਾ ਸੇਵਕ ਵਾਲਾ ਹੈ। ਸਿੱਖ ਰੂਪ ਵਿੱਚ ਸੇਵਕ ਰੂਪ ਵਿੱਚ ਸੇਵਾ ਕਰਦੇ ਪ੍ਰਵਾਨ ਚੜੇ, ਵਿਆਹ ਹੋ ਗਿਆ। ਦੁਨਿਆਵੀ ਰਿਸ਼ਤਾ ਜਿਹੜਾ ਸੀ ਘਰ ਜਵਾਈ ਵਾਲਾ ਬਣ ਗਿਆ, ਪਰ ਕੋਈ ਪ੍ਰਭਾਵ ਨਹੀਂ ਬਦਲਿਆ। ਪਹਿਲਾਂ ਬੀਬੀ ਭਾਨੀ ਕੱਲੀ ਸੇਵਾ ਕਰਦੀ ਸੀ। ਆਪਣੇ ਪਿਤਾ ਨੂੰ ਗੁਰੂ ਅਮਰਦਾਸ ਜੀ ਨੂੰ ਰੋਜ਼
ਇਸ਼ਨਾਨ ਕਰਾਉਂਦੇ ਸੀ। ਭਾਈ ਜੇਠਾ ਜੀ ਇਕੱਲੇ ਸੇਵਾ ਕਰਦੇ ਸਨ। ਨਾਨੀ ਮਾਂ ਦੀਆਂ ਉਬਾਲੀਆਂ ਹੋਈਆਂ ਉਬਾਲੀਆਂ ਵੀ ਵੇਚਦੇ ਸਨ। ਤੇ ਜਿਹੜਾ ਸਿੱਖ ਧਰਮ ਦਾ ਪਹਿਲਾ ਤੀਰਥ ਸਥਾਨ ਹੈ ਗੋਇੰਦਵਾਲ ਸਾਹਿਬ, ਜਿਸ ਨੂੰ ਆਪਾਂ ਬੌੜੀ ਸਾਹਿਬ ਕਹਿੰਦੇ ਹਾਂ, ਇਹਦੀ ਸੇਵਾ ਚੱਲਦੀ ਸੀ। ਇੱਥੇ ਆ ਕੇ ਮਿਰਤਕਾ ਵੀ ਢੋਦੇ ਸਨ। ਮਿਰਤਕਾ ਕਹਿੰਦੇ ਨੇ ਮਿੱਟੀ। ਇਹ ਜਿਹੜਾ ਸ਼ਬਦ ਮਰੇ ਬੰਦੇ ਤੇ ਕਰਤਾਏ ਅਸੀਂ ਕਹਿੰਦੇ ਹਾਂ, ਇਹ ਤਾਂ ਮਿਰਤਕ ਹੈ। ਮਿਰਤਕ ਦਾ ਅਰਥ ਹੈ ਕਿ ਇਹ ਤਾਂ ਹੁਣ ਮਿੱਟੀ ਹੈ। ਮਿਰਤਕ ਦਾ ਅਰਥ ਮਰਿਆ ਹੋਇਆ ਨਹੀਂ ਹੁੰਦਾ। ਮਿਰਤਕ ਦਾ ਅਰਥ ਮਿੱਟੀ ਹੋ। ਕਿ ਇਹ ਹੁਣ ਇਨਸਾਨ ਮਿੱਟੀ ਹੋ ਚੁੱਕਿਆ ਹੈ, ਮਿੱਟੀ ਬਣ ਚੁੱਕਿਆ ਹੈ। ਇੱਥੇ ਆ ਕੇ ਟੋਕਰੀ ਦੇ ਵਿੱਚ ਮਿਰਤਕਾ ਢੋਦੇ ਸਨ। ਇਤਿਹਾਸਕਾਰਾਂ ਨੇ ਦੇਖਿਆ ਕਿ ਪਹਿਲਾਂ ਬੀਬੀ ਭਾਨੀ ਇੱਕ ਸੀ, ਭਾਈ ਜੇਠਾ ਇੱਕ ਸੀ, ਹੁਣ ਇੱਕ ਤੇ ਇੱਕ 11 ਹੋ ਗਿਆ। ਜਦੋਂ ਪਹਿਲੀ ਵਾਰੀ ਵਿਸਾਖੀ ਦਾ ਮੇਲਾ ਭਰਿਆ, ਤੀਜਾ ਦਿਨ ਹੋਇਆ ਤੇ ਗੁਰੂ ਮੋਹਨਦਾਸ ਜੀ ਨੇ ਪੁੱਛਿਆ, ਭਾਈ ਨਵੂ ਰਾਮਦਾਸ ਕਿੱਥੇ ਹੈ? ਮਿਲਿਆ ਹੀ ਨਹੀਂ। ਕਹਿਣ ਲੱਗਾ ਜੀ ਆਉਂਦਾ ਤੇ ਹੈ ਮੱਥਾ ਟੇਕਣ, ਪਰ ਉਹ ਤੇ ਪਰਸੋਂ ਦਾ ਹੀ ਸੇਵਾ ਦੇ ਵਿੱਚ ਲੱਗਿਆ ਹੋਇਆ। ਕਦੇ ਪੰਗਾ ਬਣਾਉਂਦਾ ਹੈ, ਕਦੇ ਬਿਆਸ ਕੋਲ ਜਲ ਲੈ ਕੇ ਆਉਂਦਾ ਹੈ, ਕਦੇ ਪੁੱਛ ਕੇ ਲੰਗਰ ਵਰਤਾਉਂਦਾ ਹੈ। ਦਾਸ ਨੇ ਕੱਲ ਵੀ ਬੇਨਤੀ ਕੀਤੀ ਸੀ, ਬਹੁਤ ਛੋਟੀਆਂ ਗੱਲਾਂ ਅਸੀਂ ਵੱਡੇ ਨਿਸ਼ਾਨੇ, ਵੱਡੇ ਪ੍ਰੋਗਰਾਮ, ਵੱਡੀਆਂ ਗੱਲਾਂ, ਅਸੀਂ ਵੱਡੇ ਬੰਦੇ, ਅਸੀਂ ਉਧਰ ਹੀ ਮੂੰਹ ਚੁੱਕੀ ਰੱਖਦੇ। ਜਦੋਂ ਕਿ ਨਿੱਕੀਆਂ ਗੱਲਾਂ ਦੇ ਬੜੇ ਮਾਇਨੇ ਹੁੰਦੇ। ਨਿੱਕੀਆਂ ਗੱਲਾਂ ਬਹੁਤ ਵੱਡੀਆਂ ਹੁੰਦੀਆਂ। ਹੁਣ ਤੁਸੀਂ ਵੇਖੋ ਕਿ ਤੁਸੀਂ ਕਿਸੇ ਦੇ ਘਰ ਗਏ, ਘਰ ਦੀ ਬਹੂ ਨੇ ਜਾਂ ਪੁੱਤਰ ਨੇ ਤੁਹਾਨੂੰ ਚਾਹ ਵੀ ਪਿਆਈ, ਰੋਟੀ ਵੀ ਖਵਾਈ, ਮੰਜਾ ਬਿਸਤਰਾ ਵੀ ਵਿਛਾਇਆ, ਸਵੇਰੇ ਤੁਹਾਨੂੰ ਸਟੇਸ਼ਨ ਤੇ ਚੜਾਉਣ ਵੀ ਗਿਆ, ਬੱਸ ਅੱਡੇ ਤੇ ਛੱਡਣ ਵੀ ਗਿਆ। ਤੁਸੀਂ ਇੱਕ ਗੱਲ ਜਿੱਥੇ ਗਏ ਉੱਥੇ ਕਹੀ ਕਿ ਉਹਨਾਂ ਦਾ ਮੁੰਡਾ, ਉਹਨੇ ਸਾਨੂੰ ਸਤਿ ਸ੍ਰੀ ਅਕਾਲ ਨਹੀਂ ਬੋਲੀ। ਪੁੱਛੋ ਕਿ ਉਹ ਬਾਕੀ ਮੱਚੀ ਹੈ। ਸਾਰੀ ਰਾਤ ਤੇ ਹੋ ਗਈ ਮੁੰਡੇ ਨੂੰ ਸਰਕਸ ਦੇ ਜਾਨਵਰ ਦੇ ਮਾਲਕ ਤੁਹਾਡੇ ਅੱਗੇ ਪਿੱਛੇ ਨਾਚ ਕਰਦੇ ਹਨ ਵੀ ਕਰਦੇ ਠੀਕ ਹੈ। ਜਿੱਥੇ ਬਾਕੀ ਗੱਲਾਂ ਜ਼ਰੂਰੀ ਨੇ ਉੱਥੇ ਸਤਿ ਸ਼੍ਰੀ ਅਕਾਲ ਕਹਿਣਾ ਵੀ ਤਾਂ ਜ਼ਰੂਰੀ ਸੀ। ਉੱਥੇ ਪੈਰੀ ਪਾਉਣਾ ਕਹਿਣਾ ਵੀ ਜ਼ਰੂਰੀ ਸੀ। ਮਾਤਾ ਜੀ ਮੱਥਾ ਟੇਕਦਾ ਇਹ ਕਹਿਣਾ ਵੀ ਬਹੁਤ ਜ਼ਰੂਰੀ ਸੀ। ਸੋ ਇਹ ਗੱਲ ਨੂੰ ਸਮਝਣ ਦੀ ਲੋੜ ਹੈ। ਸੇਵਾ ਥੋੜੀ, ਮੰਗਣ ਬਹੁਤ। ਸੇਵਾ ਅਸੀਂ ਘੱਟ ਕਰਦੇ ਹਾਂ ਤੇ ਸੇਵਾ ਦੇ ਬਦਲੇ ਵਿੱਚ ਦਾਤਾ ਬਹੁਤ ਮੰਗਦੇ ਹਾਂ। ਇੱਕ ਸਾਡੀ ਗਲਤੀ, ਸੇਵਾ ਥੋੜੀ, ਸੇਵਾ ਘੱਟ ਤੇ ਮੰਗਣ ਬਹੁਤ। ਉਹਦੀ ਸੇਵਾ ਦੇ ਬਦਲੇ ਵਿੱਚ ਇਹ ਵੀ ਦੇ ਦਿਓ, ਉਹ ਵੀ ਦੇ ਦਿਓ, ਇਹ ਵੀ ਦੇ ਦਿਓ। ਪਤਾ ਕਰੋ ਇਹਨੇ ਕਦੀ ਸੇਵਾ ਵੀ ਕੀਤੀ ਹੈ।
दूजी साडी गलती है कि मत थोड़ी सेव गवाई, वड्डी तो वड्डी कीती सेवा भी साडी छोटी मत करके गवाच जाती। वड्डी सेवा कीती, मत थोड़ी सी गवा दी। भाई जेठा जी पंगत में संगत में बिठाते हैं, ब्यास तो ध्यान रखके आते हैं, लंगर पूछ के वरताते हैं। भाई बल्लू जी ने दसिया गुरु अमरदास बड़े प्रसन्न, मोर महात्म जीतक अहै रामदास जानै फल लहै। भरी संगत में गुरु अमरदास जी ने वचन किए, कहते मेरी सेवा का महात्मा, मेरी सेवा का पुण्य फल इस रामदास को समझ आ गया। देखो एक गल तो ठीक है ना कि कई चीजा हाथी मत्था मार के नहीं तोड़ सकता, पर चूहा ओदे थल्ले कोट कटदा 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 वो थल्ले सुट सकता। हर चीज का एक तरीका नहीं है, हर चीज का तरीका वक्र है। ये जरूरी नहीं कि आप एक चीज को समझे कि सारिया चीज़ों को उस रस्सी नाल बन्नण का यतन किया। रसोई के भी तुसीं देखो जिवें दाल बनती उवें सब्जी भी बनती, जिवें सब्जी बनती उवें खीर नहीं बनती, जिवें कणक की रोटी बनती उवें मक्की की नहीं बनती, जिवें मक्की की बनती उवें पूड़ियां नहीं बनती, जिवें पूड़ियां बनती उवें भटूरे नहीं बनते। हालांकि सारा कुछ बाकी तो सब कुछ इको ही है, बेस इको ही है, पर छोटी छोटी गल के नाल ओहदा ढंग तरीका सारा कुछ बदल जाता है। हुण तुसीं संगत करनी ओहदा तरीका हो है, सेवा करनी ओहदा तरीका हो है, तुसीं लंगर पकाउणा है तरीका हो है, वरताउणा है तरीका हो है। मैं कल भी बेनती की सी, टिप वेटर को मिलती है ना, सब्जियां पकाने वाले को मिलती है ना, सब्जियां मंडी बेचने वाले को मिलती है ना, सब्जियां कटन वाले को मिलती है ना, बड़े तो बड़े शेफ को जिहड़ा सब्जियां बनाउंदा है, कुकिंग करता है, ये कोनों भी नहीं मिलती। ये कोनों मिली है जिन्हें टेबल के परोसे है खाना, क्योंकि ये एक कला है। खान वाले दे इनाम का अधिकारी कमाने वाला है, पकाने वाला नहीं है। देखो धर्म, मैं तो रोज बेनती करता है तो 440 वोल्ट जिहड़ियां बड़ियां हाई पावर तारा लगदियां ने तुहाडी कलोनी तो, शहर तो, पिंड तो, खेतां तो, इस तरह का ना 220 है ना 1 है, एक ना 110 वोल्ट है ना 220 है, ये तो 440 है। ये जो खिचड़ के आएंगे तो 2 मीटर तो दूरी खिंच रहा बंदा, करंट ला के नहीं छकना, साड़ के सुटना जो सुटे। मेरी हमेशा बेनती होती धर्म नाल बहुती छेड़छाड़ नहीं करनी चाहिए। ये बिजली दियां तारा बन गए, पता नहीं कदों स्पार कर दिया। साडे बुजुर्ग जिहड़े सी वो रोज गुरुद्वारे नहीं सी जाते, ना रोज मत्था टेकते सी। पर तुसीं यकीन करना, जिहड़े फैसले अज सुप्रीम कोर्ट नहीं कर सकती, साडे बुजुर्ग पिंड की पंचायत में बह के करते सी, कहते सी गुरुद्वारे जाएगा, कहता जिन्नी गुरुद्वारे नहीं जाना। लोग चर्च तो दूर रहते सी, रब के बहुत नेड़े होंगे सी।
कथा नहीं आया तो एक बच्चा लगा सी फोन से, मैं कहा पुत्र जी इतने फोन चलाना तो घर जाके पाठ करेगा, कहता जी नहीं, मैं कहा फिर इतने पाठ करना। ਹੁਣ ਸਾਨੂੰ नहीं पता सी कित्थे आए। इस तो उत्तम थां, इस तो वड्डी थां धरती ते किहड़ी हो सकती? इस वक्त तो महंगा वक्त केड़ा हो सकता है? टीवी ते फिल्म आ रही ने, चित्रहार आ रहा है, उत्थे न्यूज़ आ रही ने, तुसीं सारे दुनिया के धंधे छड्ड के गुरुद्वारे आके बैठे हो, बड़ी भागा वाली हर मनुख नहीं आ सकता। पर की ये वक्त सामना होएगा कि ये घड़ियां लेखे विच पैणगियां कि हर व्यक्ति की सेवा प्रवान होती है? जदों कि धर्म बार बार कहता है कि सेवा किसी की अजाई नहीं जाती, सेवा कदे व्यर्थ नहीं होती। भाई जेठे ने सेवा की है, घर जुआई बन के की है। गुर के घरे सेवक जो रहे, गुर की आज्ञा मन में सर। गुरु अमरदास कह लगे, भाई सिखो मेरी सेवा का जेड़ा महात्म है, कौन फल है, वो भाई बेटे को समझ आए। देखो तुहाडे घर परौणे आउंदे, मेहमान आउंदे ने तुहाडे घर, तुसीं पहली गल पता की पुछदे हो? भी जी अंदर बैठोगे कि बाहर ही कुर्सियां ला लीए? क्यों भाई? तुहाडे घर आए ने, भावें दाल के सुकड़े पाओ, तुहाडे घर आए चल के वो आए, उन्हां दी कोई लोड़ गरज होएगी तुसीं बिठाउंदे पुछ के, फिर ठंडा तत्ता की लोगे, ठंडा उहदे विच की लोगे, चाह नाल की लोगे, मिठी लोगे, फिक्की लोगे। सवाल सेवा का नहीं है, सवाल उस परौणे की खुशी का है। इन्हीं गल गुरुद्वारे में जाके सीख लो। सवाल सिखा तेरा गुरुद्वारे आउंदा नहीं, सवाल है कि गुरु खुश होया। सवाल है नहीं कि तू सेवा की है कि गुरु खुश होया। भाई जेठे की सेवा तो गुरु अमरदास प्रसन्न होए ने। मोर महात्म जेतक अहै रामदास, जाने फल रहे। आख्या भाई रामदास को मेरी सेवा का मनोरथ समझ आ गया है। गुरु जी सेवा क्यों करनी चाहते थे? सेवा क्यों करनी है, सेवा कदों करनी है, सेवा किदी करनी है, सेवा कितने करनी है, ये चार सवाल। कला सेवा सेवा नहीं, मेरी गल बड़ी कौड़ी है, बड़ी कौड़ी लगी, पर उसकी कीमत भी मैंने देनी पड़ी। क्योंकि जो पूछा की करते हो, कहते जी सेवा। जो बैठा के पूछे काम धंधा केड़ा है, फिर पता लगा कि काम धंधा भी यही है, काम धंधा भी यही है। क्योंकि सेवा के नाम से बुराई होती होता होती नहीं। काम करते की हो सेवा, ठीक है जी, सेवा करते हो बहुत अच्छी गल है। पर थोड़ा घर है, बड़ा परिवार है, थोड़े बच्चे ने, काम धंधा की है, बाद पता लगा भी वो भी काम धंधा है। इनू कहते ने भुखे मुन्ना घरे मसीह। गुरबाणी की पंक्ति है, मुन्ना बन गया भुखा। उन्होंने किसी ने पूछा कि मुंडा की मसीते नहीं जाना, कहता नहीं और सारा घर ही मसीत वर्गा हो गया, घरे गद्दी ला ली। हुण भी जो मैं अमेरिका गया तो तैनू मैं फोन भी किया, उन्हें अगों मेरी कार को कट दिया। शिकागो में ऐसे भी भरा रहते थे जिहड़े गड्डी च गुरु ग्रंथ साहब रखी करते थे,
ਜਿਹੜੇ ਹੋਟਲ ਤੇ ਕਹੋਗੇ ਉੱਥੇ ਆਨੰਦ ਕਰ ਦੇਖੋ ਜਦ ਕੀ ਕਹੋਗੇ, ਸਿੱਖ ਕਹੋਗੇ, ਵਪਾਰੀ ਕਹੋਗੇ, ਕਰਦੇ ਕੀ ਨੇ ਕੀਰਤਨ ਤੇ ਹੈ ਕੀ ਹੈ ਉਹਨਾਂ ਦਾ ਧੰਦਾ। ਬੜਾ ਗੁੱਡ ਬਿਜ਼ਨਸ ਹੈ, ਬੜਾ ਬੈਸਟ ਬਿਜ਼ਨਸ ਹੈ ਉਹਨਾਂ ਦਾ। ਰੱਬ ਨੇ ਗੁਰੂ ਗ੍ਰੰਥ ਸਾਹਿਬ ਨੇ ਕੀ ਰੱਖਿਆ ਹੋਇਆ, ਜਿੱਥੇ ਕਹੋਗੇ ਉੱਥੇ ਪੜ੍ਹ ਲੈਂਦੇ ਵਿੱਚੇ ਚਦੋਆ, ਵਿੱਚੇ ਪਾਲਕੀ, ਵਿੱਚੇ ਢੋਲਕੀ, ਵਿੱਚੇ ਮਾਜਾ, ਵਿੱਚੇ ਛੈਣੇ, ਔਖੇ ਮੁੱਲਾ ਕਰੇ ਨਸੀਬ। ਸੋ ਸੇਵਾ ਦੇ ਨਾਂ ਤੇ ਇਸ ਕਥਾ ਨੂੰ ਸਮਝਣ ਦੀ ਲੋੜ ਹੈ। ਸੇਵਾ ਦੇ ਵਾਸਤੇ ਜਿੰਨਾ ਕੁਝ ਅਸੀਂ ਕਰ ਰਹੇ ਇੰਨੇ ਦੀ ਜ਼ਰੂਰਤ ਨਹੀਂ ਹੈ। ਸਾਡੇ ਬਜ਼ੁਰਗਾਂ ਦੇ ਲੰਗਰ ਵਿੱਚ ਕੇਵਲ ਦਾਲ ਫੁਲਕਾ ਹੁੰਦਾ ਸੀ, ਸਿਰਫ ਦਾਲ ਫੁਲਕਾ, ਤੇ ਰਹਿਣ ਵਿੱਚ ਮੰਜਾ ਬਿਸਤਰਾ ਸਰਾਵਾਂ ਨਹੀਂ ਸੀ ਹੁੰਦੀਆਂ, ਇਹ ਸੀ। ਅੱਜ ਤੋਂ 40-50 ਸਾਲ ਪਿੱਛੇ ਚਲੇ ਜੋ ਗੁਰਦੁਆਰਿਆਂ ਵਿੱਚ ਮੁਸਾਫਰ ਆਉਂਦੇ ਸੀ, ਮੰਜਾ ਬਿਸਤਰਾ ਹੁੰਦਾ ਸੀ ਤੇ ਵਿਹੜੇ ਦੇ ਵਿੱਚ ਕੇ ਢਾ ਕੇ ਯਾਤਰੂ ਰਹਿ ਕੇ ਚਲਾ ਜਾਂਦਾ ਸੀ। ਲੰਗਰ ਦਾਲ ਫੁਲਕਾ, ਰਹਿਣ ਵਾਸਤੇ ਮੰਜਾ ਬਿਸਤਰਾ ਬਸ। ਆਉਣ ਵਾਲੇ ਵੀ ਤਨ ਹੋ ਜਾਂਦੇ ਸੀ, ਕਰਨ ਵਾਲੇ ਵੀ ਤਰ ਜਾਂਦੇ ਸੀ। ਹੁਣ ਤੇ ਕਿਹਾ ਲੈਤਰੀ ਕਮਰੇ ਨੇ, ਪਰ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਅਸੀਂ ਪ੍ਰਮਾਣ ਨਹੀਂ ਕਰਦੇ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਭਾਈ ਸਿੰਘੋ, ਮੇਰੇ ਰਾਮਦਾਸ ਨੂੰ, ਮੇਰੇ ਭਾਈ ਜੀਠੇ ਨੂੰ ਮੇਰੀ ਸੇਵਾ ਦੇ ਪੁੰਨ ਫਲ ਦੀ ਗੱਲ, ਮਹਾਤਮ ਦੀ ਗੱਲ ਸਮਝ ਆ ਗਈ ਹੈ। ਦੋਏ ਲੋਕਨ ਮੈਂ ਜੋ ਕਦੇ ਉੱਚੇ, ਰਾਮਦਾਸ ਕਹਿ ਜਾਏ ਪਹੁੰਚੇ। ਦੋ ਲੋਕਾਂ ਦੇ ਵਿੱਚ ਜਿਹੜੇ ਉੱਚੇ ਪਦ ਨੇ, ਜਿਹੜੀਆਂ ਉੱਚੀਆਂ ਪੋਸਟਾਂ ਨੇ, ਪਦਵੀਆਂ ਨੇ ਧਰਮ ਦੀਆਂ। ਧਰਮ ਦੇ ਵਿੱਚ ਉੱਚੀ ਪਦਵੀ ਕਿਹੜੀ ਹੈ? ਗੁਰੂ ਕਹਿੰਦੇ ਨੇ ਚੌਥਾ ਪਦ, ਗੁਰੂ ਕਹਿੰਦੇ ਨੇ ਪਰਮ ਪਦ, ਪਰਮ ਪਦ। ਇਹ ਭਾਈ ਜੀਠੇ ਨੂੰ ਪ੍ਰਾਪਤ ਹੋ। ਮੁਕਤੀ ਜਿਹੜੀ ਹੈ ਨਾ, ਮਰਨ ਤੋਂ ਬਾਅਦ ਨਹੀਂ ਹੈ। ਜੋ ਕੁਝ ਅਸੀਂ ਬੰਦੇ ਤੇ ਪ੍ਰਾਣੀ ਦੇ ਮਰਨ ਤੋਂ ਬਾਅਦ ਕਰਦੇ ਹਾਂ, ਇਹ ਇੱਕ ਦੁਨਿਆਵੀ ਪੱਖ ਹੈ, ਤੁਹਾਡਾ ਮੇਰਾ ਸਾਰਿਆਂ ਦਾ। ਕਿ ਕੋਈ ਮਾਂ ਪਿਓ ਮਰਿਆ, ਕਿ ਭੈਣ ਭਰਾ ਮਰਿਆ ਹੈ, ਤੇ ਭਾਈ ਉਹਦੇ ਮਰਨ ਤੋਂ ਬਾਅਦ ਸਾਨੂੰ ਕੀ ਕਰਨਾ ਚਾਹੀਦਾ? ਇਹ ਸਾਰੀਆਂ ਉਹ ਜ਼ਿੰਮੇਵਾਰੀਆਂ। ਪਰ ਜੇ ਤੁਸੀਂ ਇਹ ਸੋਚੋ ਕਿ ਮਗਰਲਿਆਂ ਦੀ ਜ਼ਿੰਮੇਵਾਰੀ ਹੈ ਉਹਦੀ ਮੁਕਤੀ ਕਰਾਉਣੀ, ਇਸ ਤੋਂ ਵੱਡਾ ਝੂਠ ਕੋਈ ਨਹੀਂ ਹੈ। ਜੇ ਇਹ ਸੱਚ ਹੈ ਤਾਂ ਫਿਰ ਭਾਈ ਜਪਜੀ ਸਾਹਿਬ ਦੇ ਵਿੱਚ ਕੀ ਲਿਖਿਆ? ਉੱਥੇ ਤਾਂ ਲਿਖਿਆ ਹੈ ਚੰਗਿਆਈਆਂ ਬੁਰਿਆਈਆਂ, ਵਾਜਿਆ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜਾ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ, ਕੀਤੀ ਚੁੱਕੀ ਨਾਲ। ਦੱਸੋ ਕਿ ਜੋ ਜਪਜੀ ਸਾਹਿਬ ਨੇ ਲਿਖਿਆ ਉਹ ਸੱਚ ਹੈ, ਜਾਂ ਜਿਹੜਾ ਸਿਸਟਮ ਅਸੀਂ ਬਣਾਇਆ ਉਹ ਸੱਚ ਹੈ? ਮਗਰਲੇ ਸਿਸਟਮ ਦੇ ਵਿੱਚ ਮੁਕਤੀ ਦਾ ਕੋਈ ਲੈਣਾ ਦੇਣਾ ਨਹੀਂ। ਮਗਰਲੇ ਸਿਸਟਮ ਦੇ ਵਿੱਚ ਤੇ ਇਹ ਹੈ ਕਿ ਫਿਰ ਪਰਿਵਾਰ ਕਰੇ ਕਿ ਰੋਵੇ ਬਹਿ ਕੇ ਉਹਨੂੰ, ਜਾਂ ਰੋਣ ਦੀ ਥਾਂ ਤੇ ਕੁਝ ਕਰ ਸਕਦਾ। ਕੋਈ ਤਰਲਾ, ਕੋਈ ਮਿਹਨਤ ਹੈ, ਕੋਈ ਆਣਾ ਕਰ ਸਕਦਾ ਰੱਬ ਅੱਗੇ ਕਿ ਹਾਏ ਰੱਬਾ, ਮੇਰਾ ਬਹੁਤ ਪਿਆਰਾ ਸੀ, ਮੈਂ ਤੁਹਾਡੇ ਅੱਗੇ ਕੁਝ ਕਹਿਣਾ ਚਾਹੁੰਦਾ। ਇਹ ਸਾਰੀਆਂ ਉਹ ਗੱਲਾਂ ਜਗ ਮਹਿ ਪ੍ਰਗਟ ਪ੍ਰਕਾਸ਼ ਕਰਹਿਗੇ, ਇਸ ਪਿਛੇ ਸਿੱਖ ਬ੍ਰਿੰਦ ਤਰਹਿਗੇ। ਇਹ ਰਾਮਦਾਸ ਜਗਤ ਦੇ ਵਿੱਚ ਸਿੱਖੀ ਦਾ ਪ੍ਰਕਾਸ਼ ਕਰਦੇ। ਤੁਹਾਨੂੰ ਪਤਾ ਹੈ ਗੁਰੂ ਰਾਮਦਾਸ ਜੀ ਨੇ ਕਿੰਨਾ ਕੁਝ ਸਾਨੂੰ ਬਖਸ਼ਿਆ। ਸਿੱਖ ਦੀ ਪਰਿਭਾਸ਼ਾ ਗੁਰੂ ਰਾਮਦਾਸ ਨੇ ਬਖਸ਼ੀ। ਸਿੱਖੀ ਨਹੀਂ, ਸਿੱਖੀ ਗੁਰੂ ਨਾਨਕ ਨੇ ਬਖਸ਼ੀ। ਪਰ ਸਿੱਖ ਦੀ ਪਰਿਭਾਸ਼ਾ ਕੀ ਹੈ? ਜੇ ਹੁਣ ਕੋਈ ਬੰਦਾ ਤੁਹਾਨੂੰ ਪੁੱਛੇ ਵੀ ਸਿੱਖ ਕਿਹਨੂੰ ਕਹਿੰਦੇ, ਤੇ ਤੁਸੀਂ ਕਹੋਗੇ ਜੀ ਗੁਰਦੁਆਰੇ 'ਚ ਵੋਟ
ਬਣੀ ਉਹ ਸਿੱਖ ਹੈ, ਜਿਹਦੀ ਦਾੜੀ ਬਹੁਤੀ ਲੰਬੀ ਹੈ ਉਹ ਸਿੱਖ ਹੈ, ਜਿਹੜਾ ਕਸ਼ਹਿਰਾ ਗੋਡਿਆਂ ਤੋਂ ਥੱਲੇ ਪਾ ਲਵੇ ਉਹ ਸਿੱਖ ਹੈ, ਜਿਹਦੀ ਕਿਰਪਾਨ ਵੱਡੀ ਹੈ ਉਹ ਸਿੱਖ ਹੈ। ਨਹੀਂ, ਇਹ ਬਾਹਰ ਮੁਖੀ ਰਹਿ, ਇਹ ਜਿਹੜੇ ਸਿੱਖੀ ਦੇ ਨਿਸ਼ਾਨ ਨੇ ਇਹ ਉਹਨਾਂ ਦੀ ਸੰਭਾਲ ਹੈ, ਇਹ ਉਹਨਾਂ ਦਾ ਅਦਬ ਹੈ, ਇਹ ਉਹਨਾਂ ਦਾ ਸਤਿਕਾਰ ਹੈ, ਇਹ ਧਾਰਮਿਕ ਚਿੰਨ੍ਹ ਨੇ ਤੁਹਾਡੇ, ਸਿੱਖੀ ਨਹੀਂ ਹੈ। ਇਹ ਕੇਸ ਰੱਖਣ ਤੋਂ ਬਾਅਦ ਪਾਠ ਕਰਨ ਦੀ ਲੋੜ ਨਹੀਂ, ਇੱਕ ਇਸ਼ਾਰਾ ਪਾਉਣ ਤੋਂ ਬਾਅਦ ਕੱਚਰਨ ਦੀ ਲੋੜ ਨਹੀਂ, ਇੱਕ ਕਿਰਪਾਨ ਚੁੱਕਣ ਤੋਂ ਬਾਅਦ ਸੈਲਫ ਪ੍ਰੋਟੈਕਸ਼ਨ ਜਾਂ ਕਿਸੇ ਮਜਲੂਮ ਦੀ ਰੱਖਿਆ ਕਰਨ ਦੀ ਲੋੜ ਕੋਈ ਨਹੀਂ। ਉਹਦੇ ਲੋਕਾਂ ਨੂੰ ਕਹੀ ਮੇਰੇ ਕੋਲ ਕਿਰਪਾਨ ਹੈ ਜੀ, ਕਾਹਦੀ ਨਹੀਂ ਹੈ? ਜੇ ਤੁਸੀਂ ਕਿਸੇ ਗਰੀਬ ਦੀ ਰੱਖਿਆ ਨਹੀਂ ਕਰ ਸਕਦੇ ਤੇ ਕਾਹਦੀ ਨਹੀਂ ਪਾ ਚੁੱਕਿਆ ਹੈ? ਅਸਲ ਦੇ ਵਿੱਚ ਜਿਹੜੀ ਅਸਲ ਸਿੱਖੀ ਕੀ ਹੈ? ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਗੁਰ ਸਤਿਗੁਰ ਕਾ ਜੋ ਸਿੱਖ ਅਪਾਏ ਸੋ ਭਲਕੇ ਉਠ ਹਰ ਨਾਮ ਧਿਆਨ। ਸਿੱਖ ਦੀ ਪਹਿਲੀ ਨਿਸ਼ਾਨੀ ਕੀ? ਸਵੇਰੇ ਉੱਠਦਾ, ਇਸ਼ਨਾਨ ਕਰਦਾ। ਜੇ ਨਹੀਂ ਉੱਠਦਾ, ਨਹੀਂ ਇਸ਼ਨਾਨ ਕਰਦਾ, ਵਪਾਰੀ ਅੱਛਾ ਹੋ ਸਕਦਾ, ਡਾਕਟਰ ਅੱਛਾ ਹੋ ਸਕਦਾ, ਜੱਜ ਅੱਛਾ ਹੋ ਸਕਦਾ, ਸਿੱਖ ਅੱਛਾ ਨਹੀਂ ਹੋ ਸਕਦਾ। अच्छे सिख होने वास्ते पहली निशानी गुरु सतगुरु का जो सिख अखाए सो भलके उठ हर नाम दिया। फिर उद्यम करे भलके प्रभाती, इशनान करे, अमृत साधा, संगत रूपी सरोवर में आके भी उदा बैठना, समाधि लाना, चौकड़ी मारना, ये भी सीखी। इशनान करे अमृत सरदा, फिर चढ़े दिवस कुर्बानी का। मेरी में दिन चढ़ गया थे नाला कट के शुरू कर दे। अब पता सारी हालात की है। मैं कई बार दसिया कि साढ़े गुआढ़ी होता सी, साढ़े कोई छोटा सी पीढ़ी दर पीढ़ी उम्र च बड़ा सी, मेरे को तो बड़ा सी। उन्हें जो आना ना पहले उन्हें भैन की गल करनी, फिर उन्हें कहना चाचा मैंने शहर गया, फिर उन्हें फिर एक होर गल करनी, उत्थे मैंने वो मिलिया, फिर उन्हें एक होर गल करनी, असीं दोवां ने फिल्म देखी। ਉਹਦਾ ਨੂੰ ਨਾ ਹੀ ਲੋਕਾਂ ਨੇ ਪਾਲਿਆ ਸੀ। ਜਦੋਂ ਉਹਨੇ ਆਉਣਾ ਤਾਂ ਲੋਕਾਂ ਨੇ ਪਹਿਲੇ ਭੈਣ ਦੀ ਗੱਲ ਕੱਢ ਕੇ ਕਹਿਣਾ ਕਿ ਉਹ ਆ ਗਿਆ। ਇਹਦਾ ਤਾਂ ਸਿੱਖ ਨਹੀਂ ਹੁੰਦਾ। ਸਿੱਖ ਉਹ ਹੈ ਜਿਹੜਾ ਚੜ੍ਹੇ ਦਿਵਸ ਗੁਰਬਾਣੀ ਦਾ ਬਹਿੰਦਿਆਂ ਉੱਠਦਿਆਂ ਨਾਮ ਧਿਆਨ, ਜੋ ਸਾਸ ਕਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਇਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਮਰੈ। ਸਿੱਖ ਹੋਈ ਹੁਣ ਵਪਾਰੀ ਕਿੱਦਾਂ ਦਾ ਹੁੰਦਾ ਹੈ, ਉਹਦੀ ਵੱਖਰੀ ਪਰਿਭਾਸ਼ਾ। ਰਾਜਨੀਤਿਕ ਆਦਮੀ ਕਿੱਦਾਂ ਦਾ ਹੁੰਦਾ ਹੈ, ਉਹਦੀ ਵੱਖਰੀ ਪਰਿਭਾਸ਼ਾ। ਉਹ ਕਿਸੇ ਨੇ ਬੜੀ ਸੋਹਣੀ ਗੱਲ ਕਹੀ ਹੈ। ਉਹ ਕਹਿੰਦੇ ਜੀ ਮਹਾਰਾਜਾ ਰਣਜੀਤ ਸਿੰਘ ਦੀਆਂ ਇੰਨੀਆਂ ਛਾਤੀਆਂ ਸੀ ਤੇ ਉਹ ਕਿਸੇ ਨੇ ਕਿਹਾ ਕਿ ਗੁਰਦੁਆਰੇ ਦਾ ਗ੍ਰੰਥੀ ਥੋੜਾ ਸੀ, ਰਾਜਾ ਸੀ। ਰਾਜਾ ਹੋਏਗਾ ਤਾਂ ਰਾਣੀਆਂ ਤਾਂ ਹੋਣਗੀਆਂ ਹੀ ਉਹਦੀਆਂ। ਇਹ ਗੱਲ ਤੁਸੀਂ ਸਿੱਖ ਤੇ ਲਾਗੂ ਕਰ ਸਕਦੇ। ਹਾਂ, ਜਦੋਂ ਮਹਾਰਾਜੇ ਦਾ ਸਿੱਖੀ ਵਾਲਾ ਪੱਖ ਲੈ ਕੇ ਆਓਗੇ ਉੱਥੇ ਇਹ ਗੱਲ ਨੈਗੇਟਿਵ ਜਾਏਗੀ। ਇਹਦਾ ਰਾਣੀ ਦਾ ਤਾਂ ਕੋਈ ਮਤਲਬ ਨਹੀਂ। ਪਰ ਜਦੋਂ ਤੁਸੀਂ ਕਹੋਗੇ ਰਾਜਾ ਕਾਹਦਾ, ਜੇ ਉਹਦੇ ਕੋਲ ਮਹਿਲ ਹੀ ਨਹੀਂ ਹੈਗਾ, ਜੇ ਉਹਦੇ ਕੋਲ ਹਾਥੀ ਘੋੜੇ ਹੀ ਨਹੀਂ ਹੈਗੇ, ਜੇ ਉਹਦੇ ਕੋਲ ਫੌਜਾਂ ਹੀ ਨਹੀਂ ਹੈਗੀਆਂ ਤਾਂ ਕਾਹਦਾ ਰਾਜਾ? ਭਖਾਰੀ ਨੂੰ ਰਾਜਾ ਥੋੜਾ ਕਹਿੰਦੇ। ਦੇਖੋ, ਡਾਕਟਰ ਦੀ ਡੈਫੀਨੇਸ਼ਨ ਹੋਰ ਹੈ, ਵਕੀਲ ਦੀ ਹੋਰ ਹੈ, ਫੌਜੀ ਦੀ ਹੋਰ ਹੈ, ਸਿਪਾਹੀ ਦੀ ਹੋਰ ਹੈ,
ਈਵਨ ਮੰਗਤੇ ਦੀ ਵੀ ਡੈਫੀਨੇਸ਼ਨ ਹੈ। ਹੁਣ ਚਿੱਟੇ ਕੱਪੜੇ ਪਾ ਕੇ ਤੁਸੀਂ ਅਗਲਾ ਕਹੇ ਕਿ ਮੈਂ ਤੇ ਖਾਣੀ ਹੈ, ਨਹੀਂ ਹੋ ਸਕਦਾ। ਮੈਂ ਤੇ ਇੱਥੇ ਵੇਖਿਆ ਮੰਗਤਿਆਂ ਨੂੰ ਫੜਿਆ, ਨਵਾਇਆ, ਧਵਾਇਆ, ਚਿੱਟੇ ਕੱਪੜੇ ਸਵਾਏ। ਮੰਗਤਾ ਵੀ ਸਿਆਣਾ, ਉਹਨੂੰ ਪਤਾ ਚਿੱਟੇ ਕੱਪੜੇ ਨੂੰ ਕਿਸੇ 10 ਰੁਪਏ ਨਹੀਂ ਦੇਣੇ। ਉਹਨੇ 50 ਮਿੰਟਾਂ ਦੇ ਚਿੱਟੇ ਕੱਪੜੇ ਲਫਾਫੇ ਚ ਪਾਏ, ਪੈੜੇ ਕੱਪੜੇ ਫਿਰ ਪਾ ਲਏ। ਮੰਗਤੇ ਬਣਨ ਵਾਸਤੇ ਵੀ ਪੈੜੇ ਕੱਪੜੇ ਪਾਉਣੇ ਪੈਂਦੇ, ਪਾਟੇ ਕੱਪੜੇ ਪਾਉਣੇ ਪੈਂਦੇ। ਚਿੱਟੇ ਕੱਪੜੇ ਨੂੰ ਕੋਈ ਮੰਗਤਾ ਨਹੀਂ ਮੰਨੇਗਾ। ਤਾਂ ਸਿੱਖ ਦੀ ਡੈਫੀਨੇਸ਼ਨ ਹੋਤੀ ਆਨੰਦ ਕਾਰਜ ਦੀ ਮਰਿਆਦਾ ਗੁਰੂ ਰਾਮਦਾਸ ਜੀ ਨੇ ਬੰਦੀ। 4 ਲਾਵਾਂ ਦਾ ਪਾਠ ਗੁਰੂ ਰਾਮਦਾਸ ਨੇ ਬਖਸ਼ੀ। ਸਾਨੂੰ ਸਿੱਖਾਂ ਨੂੰ ਸਭ ਤੋਂ ਵੱਡਾ ਧਰਮ ਸਥਾਨ, ਧਰਮ ਕੇਂਦਰ ਗੁਰੂ ਰਾਮਦਾਸ ਨੇ ਬਖਸ਼ਿਆ। ਦਰਬਾਰ ਸਾਹਿਬ ਕਿਹਨੇ ਬਖਸ਼ਿਆ? ਗੁਰੂ ਰਾਮਦਾਸ ਨੇ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਜਬ ਮੈਂ प्रकट प्रकाश करेंगे इस पीछे सिख वृद्ध करेंगे। ये जड़ा भाई मीठा है, ये जड़ा रामदास है, इहदे पिछे हजारां ते लखां सिखां दा उद्धार होएगा जदों ये सिक्खी नूं प्रफुल्लित करेगा, जदों ये धर्म के प्रचार नूं अगे लैके तुरेगा। इत्यादिक बहु जस को कहियो, एहु लायक सतगुर ने लहियो। जदों इस तरह के वचन आखे ते संगत को भी समझ आ गई कि गुरु अमरदास जी ने जिहड़ा गुरु की पदवी के लायक मने, नेक मने, योग मने है कि कौन क्वालीफाई हो सकता। जो तक समझ आ गई अकेठा होएगा। जिहदी राजनीति उपमा गुरु अमरदास ने की है। जदों भी वक्त समा आया गुरता गति का ते प्रवान भाई जेठा चढ़ेगा। बहुत संगता भई इकतर, गुर भाई प्रेमी भय मित्र। बहुत संगत इकट्ठी हुई। पहला समा सी, विसाखी का पुरब सी, जदों गुरु दे प्यार करने वाले, गुरु नूं प्रेम करने वाले प्यारे इकट्ठे होए थे। गुर सम सिख को सिख मिल सेवै, चरण धोए चरणामृत लेवै। सिख आपस में एक दूजे को मिलते थे। आए मेल गुर सिख, आए मेल तू मेरे गुरु के प्यारे। देखो ये मैं कल भी बेनती की, किसी सिक्खी वर्गा रिश्ता दुनिया में खून का रिश्ता भी नहीं हो सकता, ना है ना हो सकता। ਇਹੋ ਜਿਹਾ ਰਿਸ਼ਤਾ ਦੁਨੀਆ 'ਚ ਕਿਤੇ ਨਹੀਂ ਹੈ। ਇਹਨੂੰ ਨਿਭਾਉਣਾ ਆਉਣਾ ਚਾਹੀਦਾ। ਇਸ ਰਿਸ਼ਤੇ ਨੂੰ ਤੁਹਾਨੂੰ